हाँ जी, स्वागत है तुहाडा सारिਆਂ ਦਾ ਆਪਣੇ YouTube ਚੈਨਲ ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਆਪਾਂ ਜਿਹੜੀ ਕੱਲ ਆਪਾਂ ਕਲਾਸ ਲਾਈ ਸੀ ਗਵਰਨਮੈਂਟ ਪਾਲਿਸੀਜ਼ ਕਮਿਸ਼ਨਸ ਤੇ ਪਾਲਿਸੀਜ਼ ਆਪਾਂ ਇੰਡੀਆ ਦੇ ਵਿੱਚ ਜਿੰਨੇ ਹੁਣ ਤੱਕ ਆਏ ਨੇ ਸਾਰੇ ਆਪਾਂ ਡਿਸਕਸ ਕਰ ਲਏ ਸੀ। ਇੱਕ ਵਾਰੀ ਸਾਰਿਆਂ ਦਾ ਓਵਰਵਿਊ ਲੈ ਲਿਆ ਸੀ। ਅੱਜ ਉਹ ਵੀਡੀਓ ਦੇ ਨਾਲ ਰਿਲੇਟਡ MCQs ਲੈ ਕੇ ਆਪਾਂ ਆਵਾਂਗੇ। बहुत इंपॉर्टेंट MCQs नेगे जेकर क्वेश्चन बनता होगा तो इन्हां चों ही बनूगा क्योंकि मैं हर एक आस्पैक्ट जिहड़ा MCQ च जिहड़ा पुछया जा सकदा है कवर कीता वीडियो दे विच ते मैं PDF भी तुहाडे नाल बाद च शेयर कर दांगी टैलीग्राम चैनल ते PDF शेयर कर दांगी तुसीं उत्थों भी बाद च जिहड़े की है दोबारा रिवाइज कर सकदे होगे। ਤੇ ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਇਸ ਟਾਈਮ ਤੇ ਪੰਜਾਬ ਦੇ ਜਿਹੜੇ ਹਾਲਾਤ ਹੋਏ ਪਏ ਨੇਗੇ ਬੇਟਾ ਉਹ ਆਪਣੇ ਸਾਰਿਆਂ ਤੋਂ ਲੁਕੇ ਨਹੀਂ ਹੋਏ ਹਨਾ। ਬਹੁਤ ਸਾਰੇ ਲੋਕ ਜਿਹੜੇ ਹੜ੍ਹਾਂ ਦੇ ਉਹ ਤੋਂ ਪ੍ਰਭਾਵਿਤ ਹੋ ਚੁੱਕੇ ਨੇਗੇ ਤਾਂ ਆਪਾਂ ਹੋਰ ਨਹੀਂ ਜੇ ਕੁਝ ਕਰ ਸਕਦੇ। ਇੱਕ ਤਾਂ ਕੋਸ਼ਿਸ਼ ਕਰੋ ਕਿ ਜਿੰਨੀ ਹੋ ਸਕਦੀ ਹੈ ਕਿਸੇ ਦੀ ਹੈਲਪ ਕਰੋ। ਜੇਕਰ ਤੁਹਾਡੀ ਰਿਸ਼ਤੇਦਾਰੀ ਚੋਂ ਕੋਈ ਨੇੜੇ ਤੇੜੇ ਕੋਈ ਇਸ ਸਥਿਤੀ 'ਚ ਜੂਝ ਰਿਹਾ ਤਾਂ ਉਹਨਾਂ ਦੀ ਮਦਦ ਜ਼ਰੂਰ ਕਰੋ। ਬਾਕੀ ਜੇ ਤੁਸੀਂ ਖਾਲਸਾ ਏਡ ਜਾਂ ਕਿਸੇ ਵੀ ਗਰੁੱਪ 'ਚੋਂ ਜੇ ਤੁਹਾਡੇ ਕੋਲ ਕੋਈ ਲਿੰਕ ਹੈ ਜਿੱਥੇ ਆਪਾਂ ਥੋੜ੍ਹੀ ਬਹੁਤ ਪੇਮੈਂਟ ਕਰਕੇ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਉਹ ਲਿੰਕ ਮੇਰੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਮੈਨੂੰ ਹਾਲੇ ਤੱਕ ਕੋਈ ਵੀ ਐਵੇਂ ਦਾ ਨਹੀਂ ਮਿਲਿਆ। ਮੈਂ ਸਰਚ ਵੀ ਕੀਤਾ ਸੀਗਾ। ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਇਹਨਾਂ ਲੋਕਾਂ ਦੀ ਹੈਲਪ ਕਰ ਰਹੇ ਹੋਣਗੇ ਤਾਂ ਤੁਸੀਂ ਆਪਾਂ ਜਿੰਨੀ ਹੋ ਸਕਦੀ ਹੈ ਕਿਸੇ ਦੀ ਹੈਲਪ ਕਰੀਏ। ਬਾਕੀ ਪ੍ਰੇਅਰ ਜ਼ਰੂਰ ਕਰੋ ਰੱਬ ਨੂੰ ਕਿ ਜਲਦੀ ਤੋਂ ਜਲਦੀ ਜਿਹੜੇ ਹਾਲਾਤ ਨੇਗੇ ਉਹ ਬਿਹਤਰ ਹੋ ਸਕਣ ਹਨਾ। ਉਦੋਂ ਹੀ ਆਪਾਂ ਨੂੰ ਸਾਰਾ ਕੁਝ ਵਧੀਆ ਲੱਗਦਾ ਜਦੋਂ ਆਪਣੇ ਆਲੇ ਦੁਆਲੇ ਸਾਰੇ ਖੁਸ਼ ਹੋਣ ਵਧੀਆ ਹੋਣ। ਬਟ ਫਿਰ ਵੀ ਆਪਾਂ ਕਲਾਸ ਤਾਂ ਲਾਉਣੀ ਸੀਗੀ ਅੱਜ। ਚਲੋ ਆਪਾਂ ਸ਼ੁਰੂ ਕਰ ਦਿਆਂਗੇ MCQs। ਫਸਟ MCQ ਤੋਂ ਸ਼ੁਰੂ ਕਰ ਦਿਆਂਗੇ। The commission recommended the establishment of the University Grant Commission in India। ਵੀ ਕਿਹੜੇ ਕਮਿਸ਼ਨ ਵੱਲੋਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਐਸਟੈਬਲਿਸ਼ ਕੀਤਾ ਗਿਆ ਸੀ ਜਾਂ ਬਣਾਇਆ ਗਿਆ ਸੀਗਾ ਰეკਮੈਂਡ ਕੀਤਾ ਗਿਆ ਸੀ ਤੇ ਇਹਦਾ ਆਨਸਰ ਆਊਗਾ ਸੀ ਬੇਟਾ ਕੋਠਾਰੀ ਕਮਿਸ਼ਨ ਵੱਲੋਂ ਇਹ ਰეკਮੈਂਡੇਸ਼ਨ ਦਿੱਤੀ ਗਈ ਸੀਗੀ। ਪਹਿਲੀ ਵਾਰੀ UGC ਕੋਠਾਰੀ ਕਮਿਸ਼ਨ ਵੱਲੋਂ ਐਸਟੈਬਲਿਸ਼ ਕੀਤਾ ਗਿਆ ਸੀ। ਸੈਕਿੰਡ ਆ ਗਿਆ the national policy on education was first formulated in which year। ਸਭ ਤੋਂ ਪਹਿਲੀ ਨੈਸ਼ਨਲ ਪਾਲਿਸੀ ਕਦੋਂ ਆਈ ਸੀਗੀ ਤਾਂ ਆਪਾਂ ਨੂੰ ਪਤਾ ਇਹਦਾ ਆਨਸਰ ਕੀ ਆਊਗਾ 1968। ਇਹ ਆਪਸ਼ਨ ਆਊਗਾ 1968 ਦੇ ਵਿੱਚ ਕੀ ਸੀਗਾ ਜਿਹੜੀ ਪਹਿਲੀ ਐਜੂਕੇਸ਼ਨ ਪਾਲਿਸੀ ਸੀ ਬੇਟਾ ਉਹ ਬਣਾਈ ਗਈ ਸੀਗੀ। ਸੈਕਿੰਡ ਆ ਗਿਆ which committee was responsible for the introduction of 10+2+3 system in education Indian education। ਕਿ ਕਿਹੜੀ ਕਮੇਟੀ ਸੀਗੀ ਜਾਂ ਕਿਹੜਾ ਕਮਿਸ਼ਨ ਸੀ ਜਿਹਦੇ ਦੁਆਰਾ 10+2+3 ਸਿਸਟਮ ਦਿੱਤਾ ਗਿਆ ਸੀ। ਤਾਂ ਆਪਾਂ ਨੂੰ ਪਤਾ ਸੀ ਸਭ ਤੋਂ ਪਹਿਲਾਂ ਇਹ ਗੱਲ ਕਿਹੜੇ ਕਮਿਸ਼ਨ ਨੇ ਕੀਤੀ ਸੀ ਬੇਟਾ ਰਾਧਾ ਕ੍ਰਿਸ਼ਨ ਕਮਿਸ਼ਨ ਨੇ ਜਿਹਨੂੰ ਆਪਾਂ ਸੈਕੰਡਰੀ ਐਜੂਕੇਸ਼ਨ ਕਮਿਸ਼ਨ ਦਾ ਨਾਮ ਵੀ ਦਿੱਤਾ ਸੀਗਾ। ਤਾਂ ਸਭ ਤੋਂ ਪਹਿਲਾਂ 10+2+3 ਇਹ ਕਮਿਸ਼ਨ ਵੱਲੋਂ ਦਿੱਤਾ ਗਿਆ ਸੀ। ਠੀਕ ਹੈ। The Right to Education Act was passed by Indian Parliament in which year। RTE ਕਿਹੜੇ ਈਅਰ 'ਚ ਪਾਸ ਹੋ ਗਿਆ ਸੀਗਾ ਤਾਂ ਇਹਦਾ ਆਨਸਰ ਆਊਗਾ ਬੇਟਾ 2010। ਵੈਸੇ ਇਹ 2009 ਦੇ ਵਿੱਚ ਕੀ ਸੀਗਾ ਜਿਹੜਾ ਇਹਦੇ ਤੇ ਕੰਮ ਕਰਨਾ ਸ਼ੁਰੂ ਹੋ ਗਿਆ ਸੀ ਬਟ ਇਹ ਪ੍ਰੋਪਰ ਤੇ ਚੰਗੀ ਤਰ੍ਹਾਂ ਪਾਸ 2010 ਦੇ ਵਿੱਚ ਹੋਇਆ ਸੀ। ਸੌਰੀ ਬੇਟਾ 2010 ਨਹੀਂ 2008 ਦੇ ਵਿੱਚ ਲਾਗੂ 2009 ਦੇ ਵਿੱਚ ਹੋ ਗਿਆ ਸੀ ਬਟ ਇਹ ਪਾਸ ਕਿਹੜੇ ਈਅਰ 'ਚ ਹੋ ਗਿਆ ਸੀ 2008 ਦੇ ਵਿੱਚ ਹੋ ਗਿਆ ਸੀਗਾ। ਇਹਦਾ ਆਨਸਰ ਹੋਊਗਾ 2008। Which commission recommended the introduction of vocational education in India। ਕਿਹੜੇ ਕਮਿਸ਼ਨ ਦੁਆਰਾ vocational education ਲਿਆਂਦੀ ਗਈ ਸੀ ਤਾਂ ਇਹਦਾ ਆਨਸਰ ਵੀ ਕੀ ਆਊਗਾ ਬੇਟਾ ਕੋਠਾਰੀ ਕਮਿਸ਼ਨ ਜਿਹਨੇ UGC ਗ੍ਰਾਂਟ ਕਮਿਸ਼ਨ ਬਣਾਇਆ ਸੀਗਾ ਉਸੇ ਕਮਿਸ਼ਨ ਦੁਆਰਾ vocational education ਦਿੱਤੀ ਗਈ ਸੀ। ਕਿੱਤਾਕਾਰੀ ਸਿੱਖਿਆ ਮਤਲਬ ਤੁਸੀਂ ਕਿਹੜਾ ਕਿੱਤਾ ਅੱਗੇ ਜਾ ਕੇ ਚੂਜ਼ ਕਰ ਸਕਦੇ ਹੋ। Which policy emphasized the importance of education for all and eradication of illiteracy in India। ਤਾਂ ਤੁਸੀਂ ਦੇਖੋ ਵੀ ਇਹਨਾਂ ਨੇ ਕੀ ਕਿਹਾ ਕਿ ਕਿਹੜੇ ਨੀਚੇ ਦਿੱਤੀਆਂ ਪਾਲਿਸੀਆਂ ਦੇ ਵਿੱਚੋਂ ਕਿਹੜੀ ਪਾਲਿਸੀ ਦੁਆਰਾ ਵੀ ਹਰ ਇੱਕ ਨੂੰ ਐਜੂਕੇਸ਼ਨ ਦੇਣਾ ਪਲੱਸ ਅਨਪੜ੍ਹਤਾ ਨੂੰ ਖਤਮ ਕਰਨਾ ਕਿਹਦਾ ਏਮ ਸੀਗਾ। ਤੇ ਇਹਨਾਂ ਦੇ ਵਿੱਚੋਂ ਤੁਸੀਂ ਜੇ ਬੇਟਾ ਪੇਪਰ 'ਚ ਜੇ ਤੁਹਾਨੂੰ ਇਹ ਪਹਿਲੀ ਵਾਰੀ ਵੀ ਪੜ੍ਹਿਆ ਹੋਊਗਾ ਤਾਂ ਵੀ ਤੁਹਾਨੂੰ ਦੇਖ ਕੇ ਪਤਾ ਲੱਗ ਜਾਊਗਾ ਕਿ ਨੈਸ਼ਨਲ ਲਿਟਰੇਸੀ ਮਿਸ਼ਨ ਨੇ ਹੀ ਇਲਿਟਰੇਸੀ ਨੂੰ ਖਤਮ ਕਰਨ ਦੀ ਗੱਲ ਕੀਤੀ ਹੋਊਗੀ ਤੇ ਇਹਦਾ ਆਨਸਰ ਕੀ ਆਊਗਾ ਡੀ ਆਨਸਰ ਆਊਗਾ ਨੈਸ਼ਨਲ ਲਿਟਰੇਸੀ ਮਿਸ਼ਨ। ਨੈਕਸਟ ਆ ਗਿਆ which commission recommended
द नैशनल कौंसिल फॉर टीचर एजुकेशन NCTE। इसे क्वेश्चन चो ही दो क्वेश्चन बन गए। देखो बेटा तुहानू NCTE की फुल फॉर्म भी पूछी जा सकती हैगी। ते दा की आऊगा नैशनल कौंसिल ऑफ टीचर एजुकेशन। ते ये किहड़े कमीशन द्वारा दी गई सीगी? राधा कृष्ण कमीशन। जिहड़ा सैकेंडरी एजुकेशन कमीशन सी जिन्हें 10+2+3 सिस्टम दिता सी उसे द्वारा ही NCTE दिती गई सी। नैक्सट आ गया सर्व शिक्षा अभियान प्रोग्राम वाज लॉन्च्ड इन विच ईयर। तो आपां नूं पता है सर्व शिक्षा अभियान कदों आया सी? SSA कदों आया सी? 2005 दे विच आया सी। नैक्सट आ गया रमसा। ये वर्ड तुसीं मे बी पहली बारी सुन रहे होंगे अद्धे जने इहदे चों। रमसा, रमसा दी फुल फॉर्म की है? राष्ट्रीय माध्यमिक शिक्षा अभियान। जिहड़ा बेटा आपां उत्ते क्वेश्चन पढ़िया SSA सर्व शिक्षा अभियान, यह किहड़ी क्लास तक ये सिस्टम सीगा जिहड़ा प्रोग्राम सी लॉन्च किया गया सी? ये सी प्राइमरी स्कूल्स दे, जिहदे विच मिड डे मील स्कीम लिआंदी गई सी। जीरो रिटेंशन पॉलिसी, मतलब किसी बच्चे नूं स्कूल चों कड्ढना नहीं हैगा, ज़्यादा तो ज़्यादा बच्चों नूं स्कूल च दाखिल करवाउणा है 5वीं तक, प्राइमरी तक। ये SSA दा काम सी। उस तो बाद आ जांदा रमसा। रमसा सीगा सैकेंडरी एजुकेशन तक, 8वीं 10वीं तक। उत्थों के लैवल नूं किवें चकना आपां 8वीं 10वीं दे। तां इहदे विच यही पुछिआ कि किहड़ी लैवल तक एजुकेशन दी लैवल तक काम कर रहे सी। तां इहदा की आंसर आऊगा बेटा? सैकेंडरी एजुकेशन कमीशन। उस तो बाद आ गया विच कमीशन रेकमेंडेड द 3 लैंग्वेज फॉर्मूला इन इंडियन एजुकेशन। 3 लैंग्वेज फॉर्मूला किहड़ा सी? आपां कल भी पढ़िया सीगा। फर्स्ट सी मदर टंग जां स्टेट लैंग्वेज, सैकेंड सी अपनी नैशनल लैंग्वेज, थर्ड सी अपनी फॉरन लैंग्वेज। तां किहड़े कमीशन द्वारा किया गया सी बेटा? कोठारी कमीशन द्वारा। डॉक्टर DS कोठारी ने दिता सीगा इंडियन एजुकेशन कमीशन। तां ये किहड़े कमीशन किहड़े उन्हां वल्लों दिता गया सीगा? कोठारी कमीशन। तां इहदा ए आंसर आ गया। नैक्सट आ गया विच कमीशन वाज रिस्पोंसिबल फॉर द फॉर्मूलेशन ऑफ NPE 1986। तां किहड़ा कमीशन सीगा जिहड़ा NP 1986 दी पॉलिसी लई जिम्मेवार सी? तां इहदा आंसर आऊगा कोठारी कमीशन। सब तो पहला भी कोई पॉलिसी बननी चाहिए इंडिया दे विच 1986 की कोई पॉलिसी बननी चाहिए है, तो यह कोठारी कमीशन वालों बनाई गई सी। नैक्सट आ गया द राइट ऑफ चिल्ड्रन टू फ्री एंड कंपलसरी एजुकेशन एक्ट वाज इनैक्टेड इन विच ईयर। किहड़े साल जिहड़ा RTE इंडिया दे विच लागू हो गया सी? वो आया सी बेटा 2009 दे विच। जे पास पुछिया तुहानूं भी पास किहड़े साल च होया सी तां 2008 आऊगा। जे पुछिया भी लागू किहड़े होया सी? लागू हुंदा है इनैक्टेड दा मतलब हुंदा है भी लागू होया ना, तां वो किहड़े ईयर दे विच होया? 2009 दे विच। नैक्सट आ गया विच कमीशन रेकमेंडेड द 3 लैंग्वेज फॉर्मूला। ये दोबारे आ गया क्वेश्चन। आपां नूं पता है 3 लैंग्वेज फॉर्मूला किहड़े कमीशन ने दिता सी? राधा कृष्ण कमीशन। ठीक है। नैक्सट आ गया रमसा। रमसा किहड़ी एजुकेशन लैवल नूं इंप्रूव करने की गल कर रहे सी? तां इहदा आंसर की आऊगा? सैकेंडरी एजुकेशन। उस तो बाद आ गया यूनीवर्सिटी ग्रांट कमीशन वाज एस्टैबलिश्ड इन विच ईयर। तां किहड़े साल विच जिहड़ा UGC सीगा जिहड़ा वो एस्टैबलिश किया गया सी? ते इहदा की आंसर आऊगा? 1953। क्योंकि आपां कहा सी कि जिहड़ा सब तो पहला कमीशन आया सीगा उस कमीशन दे विच UGC कमीशन नूं जिहड़ा एस्टैबलिश किया गया सी ते कमीशन दी टाइमिंग्स भी यही सीगियां 52 to 54। तां 53 दे विच यूनीवर्सिटी ग्रांट कमीशन सी जिहड़ा वो की हो गया सीगा? एस्टैबलिश हो गया सीगा। नैक्सट क्वेश्चन आ गया द नैशनल कौंसिल ऑफ एजुकेशन रिसर्च एंड ट्रेनिंग NCERT। ये वर्ड तो तुसीं सारे वाकिफ होंगे। NCERT दियां बुक्स हुंदियां नेगियां है ना CBSE बोर्ड दियां। ते भी इज रिस्पोंसिबल फॉर द डेवलपमेंट ऑफ विच एस्पैक्ट ऑफ एजुकेशन। तभी वो हेठ लिखिया चो किहड़ा काम करदी है NCERT दा मेन काम की है? सब तो पहला तो बेटा तुहानूं NCERT दी फुल फॉर्म पता होनी जरूरी हैगी। नैशनल कौंसिल ऑफ एजुकेशनल रिसर्च एंड ट्रेनिंग। पेपर दे विच तुहानूं ऑफ दी जगह ते फॉर भी लिख सकदे नेगे, एजुकेशनल दी जगह ते कल्ला एजुकेशन लिख के भी कंफ्यूज कर सकदे नेगे, रिसर्च ऑफ ट्रेनिंग लिख सकदे ने, है ना। तो तुहानूं चंगी तरह याद होना चाहिए द नैशनल कौंसिल ऑफ एजुकेशनल रिसर्च एंड
ट्रेनिंग। तो जिवें मैं क्या तुसीं बुक्स पढ़ते हो, बुक्स किहड़े हिस्से आ जांदियां नेगियां करिकुलम डेवलपमेंट दे विच। सिलेबस तैयार करना, सिलेबस दे नाल नाल होर किहड़ियां एक्टिविटीज़ कराणियां नेगियां, ये सारियां चीज़ां दा ध्यान कौन रखदा है? NCERT। Next आ गया द नैशनल स्किल डेवलपमेंट कॉर्पोरेशन NSDC was established under which ministry in India? ਹੁਣ मैं ये क्वेश्चन भी तुहानूं देखो कुछ क्वेश्चन करने पेपर च ट्रिक भी चलणगे। नैशनल स्किल डेवलपमेंट मिशन की गल हो रही है ते जे आपां देखीए ते काम किहदा होगा? मिनिस्ट्री ऑफ स्किल डेवलपमेंट एंड इंटर्नशिप। ओबवियस जी गल है, मिनिस्ट्री ऑफ एजुकेशन नाल रिलेटेड काम करूगी। मिनिस्ट्री ऑफ ह्यूमन रिसोर्स ह्यूमन डेवलपमेंट नाल रिलेटेड काम करूगी। मिनिस्ट्री ऑफ लेबर नाल रिलेटेड काम करूगी, है ना। तो मतलब मेन की हैगा? नैशनल स्किल डेवलपमेंट मिशन है, तो वह काम कौन करूगा? मिनिस्ट्री ऑफ स्किल डेवलपमेंट मिशन। नैक्सट क्वेश्चन आ गया द मिड डे मील स्कीम वॉज लॉन्च्ड इन इंडिया टू प्रोवाइड फ्री मील्स टू स्टूडेंट्स ऑफ विच लैवल ऑफ एजुकेशन। सब तो पहले इत्थे क्वेश्चन तुहानूं याद आना चाहिए, मिड डे मील स्कीम किहड़े प्रोग्राम के अंडर आती है? SSA सर्व शिक्षा अभियान, जिहड़ा कि कदों आया सी? 2005 दे विच आया सी। फ्री मील टू स्टूडेंट्स किहड़े बच्चों लई सीगा? मैं तुहानूं पहला भी दस्सिया सी SSA प्राइमरी स्कूल्स दे लई आया सीगा। तो मतलब मिड डे मील स्कीम किहड़े बच्चों लई है? प्राइमरी स्कूल्स दे बच्चों लई। Which committee recommended the establishment of Navodaya schools विद्यालय इन इंडिया? वैसे आप जो कल पढ़िया सी नवोदया विद्यालय 1986 की पॉलिसी च राजीव गांधी ने जिहड़ी दित्ती सी उहदे अंडर आंदे सी, बट उहदे अंडर भी एक कमेटी बनी हुई सी बेटा, उहदा नाम सीगा शास्त्री कमेटी, जिन्हां ने नवोदया विद्यालय नूं सलाह दित्ती सी, रिकमेंडेशन दित्ती सी कि ये स्कूल भी होने चाहिए ने। ठीक है। नेक्स्ट आ गया विच कमीशन रिकमेंडेड द इंट्रोडक्शन ऑफ 10+2+3 सिस्टम इन इंडिया? कोठारी कमीशन ने ही दिता सी 10+2+3 दा सिस्टम से एजुकेशन सिस्टम। 10+2+3 10 की आ जांदा जिहदे विच प्राइमरी ते अपना सैकेंडरी लैवल आ जांदा है, +2 सीनियर सैकेंडरी आ जांदा है, +3 च अपनी हायर एजुकेशन आ जांदी है। नेक्स्ट आ जाएगा विच कमेटी रिकमेंडेड द इंट्रोडक्शन ऑफ राइट टू एजुकेशन एक्ट इन इंडिया? RTE कि हर एक 14 साल के बच्चे तक फ्री ते कंपलसरी एजुकेशन पहुंचनी जरूरी हैगी। ये किहदे द्वारा किया गया सीगा बेटा? कोठारी कमीशन द्वारा। मोस्टली सारियां जिहड़ियां मेजर रिकमेंडेशन सीगियां वो कोठारी कमीशन दे अंडर आ जांदियां सी। नेक्स्ट क्वेश्चन आ गया द नैशनल करिकुलम फ्रेमवर्क वॉज फर्स्ट डिवेलप्ड बाय द। सब तो पहला जिहड़ा NCF सीगा ये किहदे द्वारा डिवेलप किया गया सीगा? तां इहदा आंसर की आऊगा बेटा? फर्स्ट की ऑप्शन हैगी यूनिवर्सिटी ग्रांट कमीशन, सैकेंड आ गया नैशनल काउंसिल ऑफ एजुकेशनल रिसर्च एंड ट्रेनिंग, थर्ड आ गया सेंट्रल बोर्ड ऑफ सैकेंडरी एजुकेशन, फोर्थ हो गया मिनिस्ट्री ऑफ ह्यूमन रिसोर्स डेवलपमेंट। पहला तो तुहानूं इन्हां सारियां दी फुल फॉर्म याद होनी चाहिए है। फुल फॉर्म ते एक क्वेश्चन आऊगा ही आऊगा कि तुहानूं किसी भी संस्था की फुल फॉर्म पूछ ली जाऊगी, जिवें NCF दी होगी नैशनल करिकुलम फ्रेमवर्क, UGC दी होगी यूनिवर्सिटी ग्रांट कमीशन, NCERT दी होगी नैशनल काउंसिल ऑफ एजुकेशनल रिसर्च एंड ट्रेनिंग, CBSE दी होगी सेंट्रल बोर्ड ऑफ सैकेंडरी एजुकेशन, MHRD दी होगी मिनिस्ट्री ऑफ ह्यूमन रिसोर्स डेवलपमेंट। तो आपां करिकुलम की गल आपां पहलां ही करके हटे हां, कौन बनाउंदा करिकुलम अपना? बुक्स कौन बनाउंदा है बेटा? NCERT। बेटा क्वेश्चन आपां थोड़ा गलत कर गए। विच कमेटी रिकमेंडेड द इंट्रोडक्शन ऑफ राइट टू एजुकेशन एक्ट? तो इहदे जसपाल कमेटी आऊगी। जसपाल कमेटी उही सीगी जिहड़ी 1986 नूं जदों आपां 1992 च कन्वर्ट करता सी, प्रोग्राम ऑफ एक्शन आया सी रिवाइज करके, वो जसपाल कमेटी वाला दिता गया सी। उदों RTE जिहड़ा रिकमेंड किया गया सीगा, नॉट बाय कोठारी कमीशन। ठीक है। नेक्स्ट आ गया द रूसा इनिशिएटिव इज रिलेटेड टू। रूसा बेटा हायर एजुकेशन रिफॉर्म्स के लिए आ जाता है। आप तीन पढ़ ले, SSA पढ़िया प्राइमरी लई, रमसा पढ़िया सैकेंडरी लई, रूसा उस तो बाद थर्ड ते आ जाता है हायर एजुकेशन। ठीक है। उस तो बाद एक वर्ड आता है NAAC।
तुसीं सुनिया होगा किसी भी कॉलेज ते तुसीं कोई भी ਉਹਦਾ खोलते हो ਪ੍ਰੋਸਪੈਕਟਸ खोलते हो ਜਾਂ ਉਹਦੇ ਤੇ ਵਿਜ਼ਿਟ ਕਰਦੇ ਹੋਗੇ ਕਿਸੇ ਵੀ ਕਾਲਜ ਤੇ ਹਨਾ ਤਾਂ ਜਿਹੜੀ ਨੈਕ ਸ਼ਬਦ ਤੇ ਤੁਹਾਨੂੰ ਦਿਖੂਗਾ ਕਿ ਨੈਕ ਵੱਲੋਂ ਇਸ ਕਾਲਜ ਨੂੰ A ਗ੍ਰੇਡਿੰਗ ਹੋਈ ਹੋਈ ਹੈ B ਗ੍ਰੇਡ ਹੋਇਆ ਹੋਇਆ ਜਾਂ A+ ਮਿਲਿਆ ਹੋਇਆ ਤਾਂ ਨੈਕ ਇੱਕ ਸੰਸਥਾ ਹੈ ਬੇਟੀ ਜਿਹੜਾ ਹਰ ਕਾਲਜ ਦੀ ਇਵੈਲੂਏਸ਼ਨ ਕਰਦੀ ਹੈ ਕਿ ਉਹ ਕਾਲਜ ਕਿੱਦਾਂ ਦੀ ਸਟੱਡੀ ਕਰਵਾ ਰਿਹਾ ਉੱਥੇ ਇਨਫਰਾਸਟ੍ਰਕਚਰ ਕਿੱਦਾਂ ਦਾ ਹੈਗਾ ਉੱਥੇ ਟੀਚਰਸ ਕਿਵੇਂ ਦੇ ਨੇਗੇ ਹਨਾ ਤਾਂ ਉਹਦੀ ਫੁੱਲ ਫਾਰਮ ਕੀ ਹੈ ਨੈਸ਼ਨਲ ਅਸੈਸਮੈਂਟ ਐਂਡ ਐਸਟੀਡੇਸ਼ਨ ਕਾਉਂਸਲ ਤਾਂ ਇਹਦਾ ਕੰਮ ਕੀ ਹੈ ਬੇਟਾ ਯੂਨੀਵਰਸਿਟੀ ਤੇ ਕਾਲਜਿਸ ਨੂੰ ਨੰਬਰ ਦੇਣਾ ਗ੍ਰੇਡ ਦੇਣਾ ਐਸਟੀਡੇਟ ਦੇਣਾ ਉਹਨਾਂ ਨੂੰ ਇੱਕ ਰੈਂਕ ਦੇਣਾ ਠੀਕ ਹੈ ਨੈਕਸਟ ਆ ਗਿਆ ਵਿਚ ਕਮਿਸ਼ਨ ਰეკਮੈਂਡਡ ਦਾ ਐਸਟੈਬਲਿਸ਼ਮੈਂਟ ਆਫ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ ਸੌਰੀ ਵਿਚ ਕਮਿਸ਼ਨ ਤਾਂ ਇਹਦੇ ਵਿੱਚ ਕਿਹੜਾ ਆਨਸਰ ਆ ਜਾਊਗਾ ਬੇਟਾ ਰਾਧਾ ਕ੍ਰਿਸ਼ਨ ਕਮਿਸ਼ਨ ਵੱਲੋਂ ਸੀਗਾ ਜਿਹੜਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਐਸਟੈਬਲਿਸ਼ ਕੀਤਾ ਗਿਆ ਸੀ ਨੈਕਸਟ ਆ ਗਿਆ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਫੋਕਸ ਔਨ ਨੈਸ਼ਨਲ ਸਕਿੱਲ ਡਿਵੈਲਪਮੈਂਟ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਕਿੱਲ ਡਿਵੈਲਪਮੈਂਟ ਤੇ ਜਿਵੇਂ ਆਪਾਂ ਪਹਿਲਾਂ ਵੀ ਕੁਐਸਚਨ ਕੀਤਾ ਇਹਦਾ ਸੀ ਆਊਗਾ ਸਕਿੱਲ ਡਿਵੈਲਪਮੈਂਟ ਐਂਡ ਵੋਕੇਸ਼ਨਲ ਟ੍ਰੇਨਿੰਗ ਠੀਕ ਹੈ ਨੈਕਸਟ ਆ ਗਿਆ the national policy on education 1986 emphasized the promotion of ਜਿਹੜਾ NP 1986 ਸੀਗਾ ਉਹ ਜ਼ਿਆਦਾ ਕਿਹਨੂੰ ਪ੍ਰਮੋਟ ਕਰ ਰਿਹਾ ਸੀ ਤਾਂ ਬੇਟਾ ਇਹਦੇ ਚ ਆਨਸਰ ਆਊਗਾ A ਇਨਕਲੂਸਿਵ ਐਜੂਕੇਸ਼ਨ ਇਨਕਲੂਸਿਵ ਐਜੂਕੇਸ਼ਨ ਦਾ ਕੀ ਮੀਨਿੰਗ ਹੈਗਾ ਐਜੂਕੇਸ਼ਨ ਫॉर ऑल ਚਾਹੇ ਉਹ ਕਿਸੇ ਵੀ ਕਾਸਟ ਨੂੰ ਬਿਲੋਂਗ ਕਰ ਰਿਹਾ ਕਿਸੇ ਵੀ ਕ੍ਰੀਡ ਨੂੰ ਬਿਲੋਂਗ ਕਰ ਰਿਹਾ ਕਿਸੇ ਵੀ ਜੈਂਡਰ ਨੂੰ ਬਿਲੋਂਗ ਕਰ ਰਿਹਾ ਕਿਸੇ ਵੀ ਲੋਕੇਸ਼ਨ ਨੂੰ ਬਿਲੋਂਗ ਕਰ ਰਿਹਾ ਹਰ ਇੱਕ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਨੈਕਸਟ ਆ ਗਿਆ ਤਾਂ ਰਾਈਟ ਟੂ ਐਜੂਕੇਸ਼ਨ ਐਕਟ 2009 ਗ੍ਰਾਂਟਸ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਆਫ ਚਿਲਡਰਨ ਅਪ ਟੂ ਵਿਚ ਈਅਰ 6 to 14 ਇਅਰਸ ਇਹ ਆਪਾਂ ਪਹਿਲਾਂ ਵੀ ਕਰ ਲਿਆ ਸੀਗਾ ਇਹਦਾ ਆਨਸਰ 6 to 14 ਇਅਰ ਕੀ ਆਊਗਾ ਇਹਦਾ ਆਨਸਰ ਆਊਗਾ B ਨੈਕਸਟ ਆ ਗਿਆ which education policy aimed to promote a three language formula in schools in India ਤਾਂ ਕਿਹੜੀ ਪਾਲਿਸੀ ਦੁਆਰਾ three language formula ਆਇਆ ਸੀ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1986 ਦੀ ਪਾਲਿਸੀ ਸੀ ਬੇਟਾ ਜਿਹਨੇ three language formula ਪ੍ਰਮੋਟ ਕੀਤਾ ਸੀਗਾ ਨੈਕਸਟ ਆ ਗਿਆ NCERT ਕਦੋਂ ਐਸਟੈਬਲਿਸ਼ ਹੋਈ ਸੀਗੀ NCERT ਕਿਹੜੇ ਈਅਰ ਦੇ ਵਿੱਚ ਐਸਟੈਬਲਿਸ਼ ਹੋਈ ਸੀ ਤਾਂ ਇਹਦਾ ਆਨਸਰ ਆਊਗਾ 1961 ਇਹ ਇੰਪੋਰਟੈਂਟ ਕੁਐਸਚਨ ਹੈ ਬੇਟਾ 1961 ਦੇ ਵਿੱਚ NCERT ਐਸਟੈਬਲਿਸ਼ ਹੋਈ ਸੀ ਨੈਕਸਟ ਆ ਗਿਆ the National Commission for Minority Educational Institutions ਇਹ ਕਦੋਂ ਐਸਟੈਬਲਿਸ਼ ਹੋਇਆ ਸੀ ਇਹ ਤੁਸੀਂ ਯਾਦ ਰੱਖ ਲਿਓ ਕੁਐਸਚਨ 1992 ਦੇ ਵਿੱਚ ਜਿਹੜਾ ਇਹ ਕਮਿਸ਼ਨ ਸੀਗਾ ਇਹ ਬਣਾਇਆ ਗਿਆ ਸੀ ਇਹਦੀ ਫੁੱਲ ਫਾਰਮ ਵੀ ਚੇਤੇ ਰੱਖ ਲਿਓ ਨੈਕਸਟ ਆ ਗਿਆ which commission recommended the establishment of Indian Institute of Technology ਟੈਕਨੋਲੋਜੀ ਨੂੰ ਕਿਹੜੇ ਕਮਿਸ਼ਨ ਨੇ ਪ੍ਰਮੋਟ ਕੀਤਾ ਸੀ ਤਾਂ ਇਹਦਾ ਆਨਸਰ ਆਊਗਾ A ਕੋਠਾਰੀ ਕਮਿਸ਼ਨ ਵੱਲੋਂ ਟੈਕਨੋਲੋਜੀ ਦੀ ਰეკਮੈਂਡੇਸ਼ਨ ਦਿੱਤੀ ਗਈ ਸੀ ਨੈਕਸਟ ਕੁਐਸਚਨ ਆਪਣਾ ਇਹ ਰਿਪੀਟ ਹੋ ਗਿਆ ਕਿ ਰਮਸਾ ਨੇ ਕਿਹੜੀ ਐਜੂਕੇਸ਼ਨ ਦੀ ਡਿਵੈਲਪਮੈਂਟ ਕੀਤੀ ਸੀਗੀ ਤਾਂ ਇਹਦੇ ਤੇ ਕੀ ਆਊਗਾ ਬੇਟਾ ਸੈਕੰਡਰੀ ਐਜੂਕੇਸ਼ਨ ਸਰਵ ਸਿੱਖਿਆ ਅਭਿਆਨ ਪ੍ਰਾਇਮਰੀ ਲਈ ਸੀਗਾ ਰਮਸਾ ਕੀ ਸੀਗਾ ਸੈਕੰਡਰੀ ਲਈ ਸੀ ਉਸ ਤੋਂ ਬਾਅਦ ਆ ਗਿਆ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵਾਸ ਐਸਟੈਬਲਿਸ਼ਡ ਇਨ ਜਿਹੜਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਆਪਾਂ ਉੱਤੇ ਵੀ ਦੋ ਵਾਰੀ ਪੜ੍ਹ ਕੇ ਆਏ ਬਣਿਆ ਕਦੋਂ ਸੀਗਾ ਕਦੋਂ ਐਸਟੈਬਲਿਸ਼ ਹੋਇਆ ਸੀ 2008 ਦੇ ਵਿੱਚ ਸੀਗਾ ਜਿਹੜਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਐਸਟੈਬਲਿਸ਼ ਹੋਇਆ ਸੀਗਾ ਨੈਕਸਟ ਆ ਗਿਆ ਨੈਕ ਜਿਹੜਾ ਪੁੱਤੇ ਮੈਂ ਤੁਹਾਨੂੰ ਦੱਸ ਕੇ ਠੀਕ ਹੈ ਕਿਹੜੇ ਕਿੰਨਾ ਦੀ ਅਸੈਸਮੈਂਟ ਕਰਦਾ ਹੈ ਤਾਂ ਇਹਦੇ ਵਿੱਚ ਆਨਸਰ ਕੀ ਆਊਗਾ B ਆਊਗਾ ਇਹ ਕਾਲਜਿਸ ਦੀ ਅਸੈਸਮੈਂਟ ਕਰਦਾ ਹੈ ਨੈਕਸਟ ਆ ਗਿਆ ਤਾਂ ਡਿਸਟੈਂਸ ਐਜੂਕੇਸ਼ਨ ਕਾਉਂਸਲ ਵਾਸ merged with which regulatory body for higher education in India ਜਿਹੜੀ ਡਿਸਟੈਂਸ ਐਜੂਕੇਸ਼ਨ ਕਾਉਂਸਲ ਹੈ ਜਿਹੜੀ ਬੱਚੇ ਓਪਨ ਕਰ ਲੈਂਦੇ ਹੁੰਦੇ ਐਜੂਕੇਸ਼ਨ ਉਹ ਕਿਹੜੀ ਹਾਇਰ ਐਜੂਕੇਸ਼ਨ ਨਾਲ ਜਿਹੜੀ ਹੈ ਮਰਜ ਹੋਈ ਹੈਗੀ ਇਹਦਾ ਆਨਸਰ ਆਊਗਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੈਕਸਟ ਆ ਗਿਆ ਤਾਂ NP 2020 ਤੇ ਨੇ ਕੁਝ ਕੁਐਸਚਨ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਵੀਡੀਓ ਪਲੇਲਿਸਟ 'ਚ ਜਾ ਕੇ ਵੇਖ ਸਕਦੇ ਹੋਗੇ ਇਹਦੇ 7-8 ਕੁਐਸਚਨ ਹੀ ਨੇਗੇ The NP 2020 was approved by Union Cabinet in which year ਤਾਂ ਇਹਦਾ ਆਨਸਰ 2020 ਹੀ ਆਏਗਾ 2020 ਦੇ ਵਿੱਚ ਹੀ ਇਹ ਅਪਰੂਵ ਹੋਈ ਸੀ ਤੇ 2020 ਦੇ ਐਂਡ ਤੱਕ ਇਹ ਆਪਣੀ ਇੰਡੀਅਨ ਸਿਸਟਮ ਦੇ ਵਿੱਚ ਆ ਚੁੱਕੀ ਸੀ NP 2020 aim to achieve universalization of education universalization of education ਦਾ ਕੀ ਮੀਨਿੰਗ ਹੈ ਬੇਟਾ ਵੀ ਹਰ ਇੱਕ ਨੂੰ ਐਜੂਕੇਸ਼ਨ ਮਿਲ ਸਕੇ ਹਰ ਜਗ੍ਹਾ ਤੇ ਐਜੂਕੇਸ਼ਨ ਪਹੁੰਚ ਸਕੇ from pre school to secondary school level
ਬਾਈ ਵਿਚ ਈਅਰ, ਕਿਹੜੇ ਸਾਲ ਤੱਕ ਇਹਦਾ ਟਾਰਗੇਟ ਹੈ? 2026 ਤੱਕ ਇਹਨੇ ਸੋਚਿਆ ਸੀ ਕਿ ਯੂਨੀਵਰਸਲਾਈਜੇਸ਼ਨ ਆਫ ਐਜੂਕੇਸ਼ਨ ਆਪਾਂ ਅਚੀਵ ਕਰ ਲੈਣੀ ਹੈ। ਵੈਸੇ ਜੇ ਆਪਾਂ ਦੇਖਿਆ ਜਾਵੇ ਜਿਹੜੀ ਪਾਲਿਸੀ ਹੁਣ ਆਪਣੇ NP 2020 ਹਲੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ, ਇਹਨਾਂ ਨੇ 2035 ਤੱਕ ਦਾ ਟਾਰਗੇਟ ਲਿਆ ਕਿ ਅਸੀਂ ਆਪਦੀਆਂ ਸਾਰੀਆਂ ਰეკਮੈਂਡੇਸ਼ਨਸ ਉਦੋਂ ਤੱਕ ਅਪਲਾਈ ਕਰ ਦਾਂਗੇ। ਤੇ NP 2020 ਦੇ ਵਿੱਚ ਬੇਟਾ ਡਰਾਸਟਿਕ ਚੇਂਜ ਹੋਏ ਨੇਗੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਟਰੀਮ ਸਿਸਟਮ ਖਤਮ ਕਰ ਦੇਣਾ। ਤੁਸੀਂ 10th ਤੋਂ ਬਾਅਦ ਕੋਈ ਨਾਨ ਮੈਡੀਕਲ, ਮੈਡੀਕਲ, ਆਰਟਸ, ਕਮਰਸ ਕੋਈ ਸਟਰੀਮ ਨਹੀਂ ਰਹਿ ਜੂਗੀ। ਤੁਸੀਂ ਕੋਈ ਵੀ ਸਬਜੈਕਟ ਕਿਸੇ ਵੀ ਕੰਬੀਨੇਸ਼ਨ ਨਾਲ ਚੂਜ਼ ਕਰ ਸਕਦੇ ਹੋਵੋਗੇ, ਜਿਹੜੇ ਮਤਲਬ ਆਉਣ ਵਾਲੇ ਬੱਚੇ ਹੋਣਗੇ ਆਫਟਰ 10th। ਪਲੱਸ ਉਹਨਾਂ ਨੇ 10+2+3 ਨੂੰ 5+4+4+3 ਨਾਲ ਰਿਪਲੇਸ ਕਰਤਾ ਸੀ। ਮੈਂ ਤੁਹਾਨੂੰ ਕਹਿੰਦੀ ਹਾਂ ਕਿ ਛੋਟੀ ਜਿਹੀ ਵੀਡੀਓ ਹੈ ਬੇਟਾ, ਜ਼ਰੂਰ ਉਹ ਪੇਪਰ ਤੋਂ ਪਹਿਲਾਂ ਤੁਸੀਂ ਦੇਖ ਕੇ ਜਾਣੀ ਹੈਗੀ। According to NP 2020, what is the medium of instruction for students up to grade 5th? ਕਿ 5ਵੀਂ ਤੱਕ ਆਪਾਂ ਨੂੰ ਬੱਚਿਆਂ ਨੂੰ ਕਿਹੜੀ ਲੈਂਗੁਏਜ 'ਚ ਪੜ੍ਹਾਉਣਾ ਚਾਹੀਦਾ? ਤਾਂ ਰੀਜਨਲ ਲੈਂਗੁਏਜ ਆਪਣੀ ਮਦਰ ਟੰਗ ਆ ਗਈ, ਆਪਣੀ ਸਟੇਟ ਲੈਂਗੁਏਜ ਆ ਗਈ, ਉਹਦੇ ਵਿੱਚ ਹੀ ਪੜ੍ਹਾਉਣਾ ਚਾਹੀਦਾ ਹੈ। The NP 2020 proposes the establishment of national mission on foundational literacy and numeracy to achieve foundational literacy and numeracy for all the children by which grade? ਇਹਦਾ ਆਨਸਰ ਤੁਸੀਂ ਯਾਦ ਕਰ ਲਓ ਬੇਟਾ, ਗ੍ਰੇਡ 3rd ਤੱਕ ਉਹਨਾਂ ਨੇ ਕਿਹਾ ਸੀ ਕਿ ਅਸੀਂ ਨੈਸ਼ਨਲ ਲਿਟਰੇਸੀ ਅਚੀਵ ਕਰਨੀ ਹੈ। Which level of schooling does NP 2020 propose to transform a 5+3+3+4 structure? ਤਾਂ ਕਿਹੜੇ 10+2+3 ਨੂੰ ਉਹਨਾਂ ਨੇ ਚੇਂਜ ਕੀਤਾ 5+3+3+4? ਤਾਂ ਕਿਹੜਾ ਲੈਵਲ ਉਹਨਾਂ ਨੇ ਜ਼ਿਆਦਾ ਚੇਂਜ ਕੀਤਾ ਸੀ? ਤਾਂ ਬੇਟਾ ਉਹ ਸੀਗਾ ਪ੍ਰਾਇਮਰੀ ਐਜੂਕੇਸ਼ਨ। ਪ੍ਰਾਇਮਰੀ ਐਜੂਕੇਸ਼ਨ ਉਹਨਾਂ ਨੇ 3 ਭਾਗਾਂ 'ਚ ਵੰਡਤਾ ਸੀ। ਇਹ ਤੁਸੀਂ ਜਾ ਕੇ ਵੀਡੀਓ 'ਚ ਦੇਖ ਸਕਦੇ ਹੋਗੇ। ਨੈਕਸਟ ਆ ਗਿਆ, ਅਕੋਰਡਿੰਗ ਟੂ NP 2020 what is the new name proposed by Ministry of Human Resource Development? ਇਹ ਵੀ ਇੱਕ ਬਹੁਤ ਵੱਡਾ ਜਿਹੜਾ ਉਹ ਹੈਗਾ ਚੇਂਜ ਹੈਗਾ NP 2020 ਦੇ ਵਿੱਚ। ਆਪਾਂ MHRD ਉੱਤੇ ਵੀ ਪੜ੍ਹ ਕੇ ਆਏ ਹਾਂ। Ministry of Human Resource Development ਦਾ ਜਿਹੜਾ ਨਾਮ ਹੈ NP 2020 ਨੇ ਚੇਂਜ ਕਰਕੇ MOE ਰੱਖ ਦਿੱਤਾ ਹੈ, Ministry of Education। ਠੀਕ ਹੈ। Next आ गया, NEP 2020 proposes the establishment of a national research foundation to fund research in which sector? ਕਹਿੰਦੇ NP 2020 ਨੇ no doubt research ਨੂੰ ਬਹੁਤ ਪ੍ਰਮੋਟ ਕੀਤਾ ਹੈ ਕਿ ਸਾਨੂੰ ਨਵੇਂ-ਨਵੇਂ ਫੀਲਡਾਂ 'ਚ ਖੋਜ ਕਰਨੀ ਚਾਹੀਦੀ ਹੈਗੀ। ਤੇ ਕਿਹੜੇ ਸੈਕਟਰ ਦੇ ਵਿੱਚ ਜ਼ਿਆਦਾ ਕੀਤਾ ਹੈਗਾ? ਸੋਸ਼ਲ ਸਾਇੰਸਿਸ, ਨੈਚੁਰਲ ਸਾਇੰਸਿਸ, ਮੈਡੀਕਲ ਸਾਇੰਸਿਸ, all of the above। ਤਾਂ ਮੈਂ ਤੁਹਾਨੂੰ ਇਹਦਾ ਇੱਕ ਦੱਸਿਆ ਸੀ ਸਿੰਪਲ ਜਿਹਾ ਟ੍ਰਿਕ, ਮੋਸਟਲੀ 99.99 cases 'ਚ all of the above ਹੀ ਆਨਸਰ ਹੁੰਦਾ ਹੈ। ਨੈਕਸਟ ਆ ਗਿਆ, ਅਕੋਰਡਿੰਗ ਟੂ NP 2020 what is the target gross enrollment ratio? ਟਾਰਗੇਟ ਗ੍ਰੋਸ ਐਨਰੋਲਮੈਂਟ ਰੇਸ਼ੋ ਕੀ ਹੈ ਬੇਟਾ? ਕਿ ਉਹ ਕਿੰਨਾ ਟਾਰਗੇਟ ਲੈ ਕੇ ਚੱਲ ਰਹੇ ਨੇ ਕਿ ਅਸੀਂ ਇੰਨੇ % ਅਚੀਵ ਕਰ ਲੈਣਾ ਹੈਗਾ ਹਾਇਰ ਐਜੂਕੇਸ਼ਨ ਦੇ ਵਿੱਚ। ਤਾਂ ਉਹਨਾਂ ਦਾ ਟਾਰਗੇਟ ਸੀਗਾ 40%। ਠੀਕ ਹੈ। ਨੈਕਸਟ ਆ ਗਿਆ, NP 2020 emphasizes the integration of vocational education। vocational education ਹੋ ਗਿਆ ਕਿੱਤਾ ਐਜੂਕੇਸ਼ਨ into mainstream education from which grade? ਕਿਹੜੀ ਗ੍ਰੇਡ ਤੋਂ ਸ਼ੁਰੂ ਕਰ ਦੇਣੀ ਹੈ? ਗ੍ਰੇਡ 6th 6ਵੀਂ ਕਲਾਸ ਤੋਂ ਹੀ ਬੱਚਿਆਂ ਨੂੰ vocational education ਹੈ ਜਿਹੜੀ ਉਹ ਕੀ ਕਰ ਦੇਣੀ ਚਾਹੀਦੀ ਸੀ? ਸਟਾਰਟ ਕਰ ਦੇਣੀ ਚਾਹੀਦੀ ਹੈ ਅਕੋਰਡਿੰਗ ਟੂ NP 2020। Last question, NP 2020 proposes the introduction of 4-year integrated program by which year? ਕਿਹੜੇ ਸਾਲ ਤੋਂ ਜਿਹੜਾ ਕੀ ਹੈ NP 2020 ਨੇ 4 ਸਾਲਾਂ ਦਾ ਜਿਹੜਾ ਇੰਟੀਗ੍ਰੇਟਡ ਕੋਰਸ ਹੈ B.Ed ਦਾ ਉਹ ਸ਼ੁਰੂ ਕਰ ਦੇਣਾ। ਤਾਂ ਇਹਦਾ ਆਨਸਰ ਆਊਗਾ 2024। ਮਤਲਬ ਜਿਹੜੀ ਤੁਹਾਡੀ B.Ed ਹੈ ਬੇਟਾ, ਜਿਹੜੀ ਤੁਸੀਂ ਹੁਣ 2 ਸਾਲਾਂ 'ਚ ਕਰਨੀ ਹੈ, 2024 ਤੋਂ ਉਹ 4 ਸਾਲਾਂ ਦੇ ਇੰਟੀਗ੍ਰੇਟਡ B.Ed ਪ੍ਰੋਗਰਾਮ ਦੇ ਵਿੱਚ ਕਨਵਰਟ ਹੋ ਜੂਗੀ ਹਰ ਇੱਕ ਯੂਨੀਵਰਸਿਟੀ 'ਚ। ਨੋ ਡਾਊਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਵੀ ਉਹ ਕੋਰਸ ਕਰਵਾ ਰਹੀ ਹੈਗੀ, BA B.Ed ਦਾ ਨਾਮ ਦਿੱਤਾ ਗਿਆ, ਜਿਹਨੂੰ ਹੋ ਸਕਦਾ ਨਾਮ ਚੇਂਜ ਹੋ ਕੇ ਆ ਜੇ। ਬਟ 2024 ਤੱਕ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਹਰ ਜਗ੍ਹਾ ਤੇ ਇਹ ਕੋਰਸ ਨੂੰ ਕੀ ਕਰਨਾ ਹੈਗਾ? ਲਾਗੂ ਕਰਨਾ ਹੈਗਾ। ਠੀਕ ਹੈ। ਬਾਕੀ ਇਹ ਸੀ ਬੇਟਾ ਅੱਜ ਦੇ ਕੁਐਸਚਨਸ। ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਹੋਇਆ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ। ਬਾਕੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਤੋਂ ਸਮੇਂ ਸਿਰ ਪਹੁੰਚਦੀ ਰਹੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।